अस्सलामुअलैकुम वरहमतुल्लाहि वबरकातुहू। डॉक्टर मोहम्मद अरशाद, उमर होम्योपैथिक क्लिनिक मंडी जजमान, अपने मौजू बुखार दे नाल तुहाडी खिदमत 'ਚ हाज़र है। ਅਸੀਂ ਇਬਤਦਾ ਕਰਨੇ ਆਪਣੀ ਬੇਮਿਸਲ ਹੋਮਿਓਪੈਥਿਕ ਦਵਾਈ ਅਕੋਨਾਈਡ ਦੇ ਨਾਲ। ਸਰਦ ਖੁਸ਼ਕ ਹਵਾ ਦੇ ਨਾਲ ਤਕਲੀਫ ਦਾ ਵੱਧ ਜਾਣਾ, ਇਹਨਾਂ ਅਮਰਾਜ਼ ਦੇ ਵਿੱਚ ਇਸ ਦਵਾਈ ਦਾ ਬਹੁਤ ਅੱਛਾ ਰਿਜ਼ਲਟ ਹੈ। ਸਲਫਰ ਦਵਾਈ ਦੇ ਨਾਲ ਇਸ ਦਾ ਬਹੁਤ ਗਹਿਰਾ ਤਅਲਕ ਹੈ। ਇਸੇ ਤਰ੍ਹਾਂ ਅਸੀਂ ਆਪਣੀ ਦੂਸਰੀ ਦਵਾਈ ਦਾ ਜ਼ਿਕਰ ਕਰਨੇ ਆ, ਬੈਲਾਡੋਨਾ। ਜਿਨ੍ਹਾਂ ਅਮਰਾਜ਼ਾਂ 'ਚ ਇਸਤੇਮਾਲ ਹੁੰਦੀ ਹੈ ਉਹਨਾਂ ਦੇ ਵਿੱਚ ਮਰੀਜ਼ ਦੇ ਸਰ ਦੀ ਤਰਫ ਦੌਰਾਨੇ ਖੂਨ ਬਹੁਤ ਜ਼ਿਆਦਾ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਉਹਦਾ ਸਿਰ ਗਰਮ ਮਹਿਸੂਸ ਹੁੰਦਾ ਤੇ ਪੈਰ ਉਹਦੇ ਠੰਡੇ ਮਹਿਸੂਸ ਹੁੰਦੇ ਨੇ। ਇਸ ਮਰਜ਼ ਦੇ ਵਿੱਚ ਦਰਦ ਯਕਦਮ ਆਉਣਗੇ ਔਰ ਯਕਦਮ ਹੀ ਖਤਮ ਹੋ ਜਾਣਗੇ। ਇਸ ਤੋਂ ਬਾਅਦ ਅਸੀਂ ਆਰਸੈਨਿਕ ਐਲਬਮ ਦਵਾਈ ਦਾ ਜ਼ਿਕਰ ਕਰਨੇ ਆ, ਜਿਸ ਦਾ ਮਰੀਜ਼ ਸਰਦੀ ਨਾਲ ਤਕਲੀਫ ਮਹਿਸੂਸ ਕਰਦਾ ਔਰ ਇਹਦੀ ਬਹੁਤ ਖਾਸ ਅਲਾਮਤ ਹੈ, ਜਿਹੜਾ ਹਰ ਪ੍ਰੈਕਟੀਸ਼ਨਰ ਜਾਣਦਾ ਕਿ ਮਰੀਜ਼ ਥੋੜ੍ਹੀ ਦੇਰ ਬਾਅਦ ਇੱਕ ਘੁੱਟ ਪਾਣੀ ਪੀਏਗਾ ਔਰ ਠੰਡੇ ਪਾਣੀ ਦੀ ਖਾਹਿਸ਼ ਕਰੇਗਾ। ਔਰ ਇਹ ਅਲਾਮਤ ਜਿਹੜੀ ਹੈ ਦੋ ਦਵਾਈਆਂ ਹੋਰਾਂ ਦੇ ਵਿੱਚ ਵੀ ਪਾਈ ਜਾਂਦੀ ਹੈ, ਜਿਨ੍ਹਾਂ ਦਾ ਜ਼ਿਕਰ ਮੈਂ ਕਰਨਾ ਮੁਨਾਸਬ ਸਮਝਾਂਗਾ। ਇੱਕ ਹੈ ਦਵਾਈ ਦਾ ਨਾਮ ਹੈਗਾ ਚੈਨਾ ਫਿਸ਼ਨੈਲਸ ਔਰ ਦੂਸਰੀ ਦਵਾਈ ਹੈ ਸਨੀਕਿਊਲਾ। ਆਰਸੈਨਿਕ ਐਲਬਮ ਦਾ ਜਿਹੜਾ ਬੁਖਾਰ ਹੈ ਇਹ ਦਿਨ 12 ਵਜੇ ਤੋਂ ਲੱਗ ਕੇ 1 ਵਜੇ ਦੇ ਦਰਮਿਆਨ ਸ਼ਿੱਦਤ ਅਖਤਿਆਰ ਕਰਦਾ। ਇਸੇ ਤਰ੍ਹਾਂ ਇਹਦਾ ਰਾਤ ਦਾ ਹਮਲਾ ਜਿਹੜਾ ਹੈਗਾ ਉਹ ਵੀ ਇਸੇ ਤਰ੍ਹਾਂ 12-1 ਵਜੇ ਤੋਂ ਲੱਗ ਕੇ ਤੇ ਸ਼ੁਰੂ ਹੁੰਦਾ। ਇਸੇ ਤਰ੍ਹਾਂ ਇੱਕ ਦਵਾਈ ਹੈ ਰਸਟਾਕਸ, ਜਿਹਦਾ ਮਰੀਜ਼ ਸਰਦੀ ਬਹੁਤ ਮਹਿਸੂਸ ਕਰਦਾ ਔਰ ਰਸਟਾਕਸ ਦਾ ਮਰੀਜ਼ ਹਰਕਤ ਦੇ ਨਾਲ ਤਬੀਅਤ ਦੇ ਵਿੱਚ ਬਿਹਤਰੀ ਮਹਿਸੂਸ ਕਰਦਾ, ਆਰਾਮ ਤੇ ਸਕੂਨ ਨਾਲ ਉਹਨੂੰ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਇਹ ਦਰਦਾਂ ਦੀ ਬਹੁਤ ਅਹਿਮ ਦਵਾ ਹੈ। ਖਾਸ ਕਰ ਅਗਰ ਪਸੀਨਾ ਆਇਆ ਹੋਵੇ ਤਾਂ ਨਹਾ ਲਿਆ ਜਾਵੇ ਤੇ ਉਹਦੇ ਨਾਲ ਜਿਸਮ 'ਚ ਅਗਰ ਦਰਦਾਂ ਵਗੈਰਾ ਹੋ ਜਾਣ ਜਾਂ ਬੁਖਾਰ ਵਗੈਰਾ ਹੋ ਜਾਏ ਤੇ ਉਹਦੇ ਵਾਸਤੇ ਬਿਹਤਰੀਨ ਦਵਾਈ ਹੈ। ਇਸ ਤੋਂ ਬਾਅਦ ਅਸੀਂ ਇੱਕ ਹੋਰ ਦਵਾਈ ਦਾ ਜ਼ਿਕਰ ਕਰਨੇ ਆ, ਜਿਹੜੀ ਬਹੁਤ ਅਹਿਮ ਦਵਾਈ ਹੈ, ਜਿਹਦਾ ਨਾਮ ਯੂਪੇਟੋਰੀਅਮ ਪਰਫ ਹੈ। ਇਹ ਡੇਂਗੀ ਬੁਖਾਰ ਦੀ ਬਹੁਤ ਅਹਿਮ ਦਵਾਈ ਹੈ। ਇਸ ਵਾਸਤੇ ਇਹਦਾ ਨਾਮ ਹੱਡੀ ਜੋੜ ਦੇ ਨਾਂ ਤੋਂ ਵੀ ਯਾਦ ਕੀਤਾ ਜਾਂਦਾ ਵੇ। ਇਸ ਦੇ ਮਰੀਜ਼ ਦੀਆਂ ਅੱਖਾਂ ਦੇ ਵਿੱਚ ਡੇਲਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਔਰ ਇਸ ਦਾ ਮਰੀਜ਼ ਨਜ਼ਲਾ ਜ਼ੁਕਾਮ ਇਹਦੇ ਵਿੱਚ ਮੁਬਤਲਾ ਹੋਏਗਾ ਔਰ ਸਾਰੇ ਜਿਸਮ 'ਚ ਦਰਦਾਂ ਬਹੁਤ ਜ਼ਿਆਦਾ ਹੋਣਗੀਆਂ। ਇਸ ਤੋਂ ਬਾਅਦ ਹੋਮਿਓਪੈਥੀ ਇੱਕ ਬਹੁਤ ਜ਼ਬਰਦਸਤ ਦਵਾਈ ਜੈਲਸੀਮੀਅਮ। ਇਸ ਦੇ ਅਮਰਾਜ਼ ਵੀ ਡਰ ਔਰ ਖੌਫ ਨਾਲ ਪੈਦਾ ਹੁੰਦੇ ਨੇ। ਇਸ ਦਾ ਮਰੀਜ਼ ਵੀ ਗਨੂਦਗੀ 'ਚ ਹੋਏਗਾ, ਹਰਕਤ ਕਰਨਾ ਪਸੰਦ ਨਹੀਂ ਕਰਦਾ, ਪਿਆਸ ਬਿਲਕੁਲ ਨਹੀਂ ਹੋਏਗੀ ਇਸ ਮਰੀਜ਼ ਨੂੰ। ਇਸੇ ਤਰ੍ਹਾਂ ਇੱਕ ਦਵਾਈ ਬਾਬਟੀਸ਼ੀਆ, ਜਿਹੜੀ ਅਗਰ ਬੁਖਾਰ 3-4 ਦਿਨ ਦਾ ਹੋ ਜਾਏ ਤਾਂ ਫਿਰ ਇਸ ਦਵਾਈ ਨੂੰ ਇਸਤੇਮਾਲ ਕੀਤਾ ਜਾਂਦਾ। ਇਸ ਦਾ ਮਰੀਜ਼ ਵੀ ਗਨੂਦਗੀ 'ਚ ਰਹਿੰਦਾ ਔਰ ਇਹਦੇ ਜਿਸਮ ਦੇ ਵਿੱਚੋਂ ਜਿੰਨੇ ਵੀ ਅਖਰਾਜਾਤ ਨੇ, ਮੂੰਹ ਦੀ ਹਵਾੜ ਵਗੈਰਾ ਵੀ ਜਿਹੜੀ ਇਹ ਵੀ ਬਦਬੂਦਾਰ ਆਉਂਦੀ ਹੈ। ਇਸ ਤੋਂ ਬਾਅਦ ਆਰਨਿਕਾ ਦਾ ਨੰਬਰ ਆਉਂਦਾ ਜਨਾਬ। ਆਰਨਿਕਾ ਵੀ ਹੋਮਿਓਪੈਥੀ ਦੀ ਬਹੁਤ ਬੇਮਿਸਲ ਦਵਾਈ ਹੈ। ਇਹਦੀ ਸਭ ਤੋਂ ਮੇਨ ਅਲਾਮਤ ਇਹ ਹੈ ਕਿ ਸਾਰੇ ਜਿਸਮ ਦੇ ਵਿੱਚ ਮਰੀਜ਼ ਦਰਦਾਂ ਦੱਸੇਗਾ ਕਿ ਮੇਰਾ ਪੂਰਾ ਜਿਸਮ ਦਰਦਾਂ ਨਾਲ ਭਰਿਆ ਹੋਇਆ। ਅਗਰ ਜਿਸਮ ਤੇ ਕਿਸੇ ਤਰ੍ਹਾਂ ਦੇ ਵੀ ਸਿਆਹੀ ਮਾਲ ਨਿਸ਼ਾਨ ਬਣ ਜਾਣ, ਆਰਨਿਕਾ ਦੇ ਮਰੀਜ਼ ਦੇ ਜਿਸਮ ਦੇ ਉੱਤੇ ਸਿਆਹੀ ਮਾਲ ਨਿਸ਼ਾਨ ਬਣ ਜਾਣ, ਚਾਹੇ ਉਹ ਚੋਟ ਦੀ ਵਜ੍ਹਾ ਤੋਂ ਹੋਣ ਜਾਂ ਕਿਸੇ ਬਿਮਾਰੀ ਦੀ ਵਜ੍ਹਾ ਤੋਂ, ਇਨਸ਼ਾਅੱਲਾ ਆਰਨਿਕਾ ਉਹਨੂੰ ਬਿਹਤਰੀਨ ਰਿਜ਼ਲਟ ਦੇਗੀ। ਇਨਫੈਕਸ਼ਨ ਦੂਰ ਕਰਨ ਦੀ ਬਹੁਤ ਬਿਹਤਰੀਨ ਦਵਾਈ ਹੈ। ਹਰ ਤਰ੍ਹਾਂ ਦੇ ਇਨਫੈਕਸ਼ਨ ਦੇ ਵਾਸਤੇ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੀ ਕਾਫੀ ਸਾਰੀਆਂ ਦਵਾਈਆਂ ਨੇ ਜਿਹੜੀਆਂ ਬੁਖਾਰ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਬਾਇਓਕੈਮਿਕ ਦੀਆਂ ਜਿਹੜੀਆਂ ਖਾਸ ਦਵਾਈਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਇਸਤੇਮਾਲ ਹੁੰਦੀਆਂ ਨੇ, ਉਹਨਾਂ ਦੇ ਫੈਰਮਫਾਸ ਔਰ ਕਾਲੀ ਮੇਓਰ ਨੇ, ਜਿਹੜੀਆਂ ਤਕਰੀਬਨ ਹਰ ਮਰਜ਼ ਦੇ ਵਿੱਚ ਕਾਫੀ ਮਕਦਾਰ 'ਚ ਇਸਤੇਮਾਲ ਹੁੰਦੀਆਂ ਨੇ ਔਰ ਇਹਨਾਂ ਦਾ ਅਲਹਮਦੁਲਿਲਾ ਬਹੁਤ ਅੱਛਾ ਰਿਜ਼ਲਟ ਹੈ। ਇਸ ਤੋਂ ਇਲਾਵਾ ਮਰੀਜ਼ ਜਿਹੜੇ ਆਪਣੇ ਕੋਈ ਬੁਖਾਰ ਦੀਆਂ ਰਿਪੋਰਟਾਂ ਵਗੈਰਾ ਕਰਾ ਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਮਲੇਰੀਆ ਟਾਈਫਾਇਡ ਹੋ ਜਾਂਦਾ, ਤੇ ਉਹਨਾਂ ਦੇ ਵਾਸਤੇ ਅਸੀਂ ਮਲੇਰੀਆ ਫੇਸ਼ਨੈਲਸ, ਟਾਈਫੋਡੀਨੀਆ ਵਗੈਰਾ ਇਸਤੇਮਾਲ ਕਰਨੇ ਆ। ਇਹਦੇ ਨਾਲ ਪੈਰੋਜੀਨਮ, ਬਾਬਟੀਸ਼ੀਆ, ਸਲਫਰ ਵੀ ਵਕਤਨ ਫਕਤਨ ਇਸਤੇਮਾਲ ਕੀਤਾ ਜਾਂਦਾ। ਅਸੀਂ ਉਮੀਦ ਕਰਨੇ ਆ ਕਿ ਤੁਸੀਂ ਕਿਸੇ ਕਿਸਮ ਦੀ ਦਵਾਈ ਆਪਣੀ ਮਰਜ਼ੀ ਨਾਲ ਇਸਤੇਮਾਲ ਨਹੀਂ ਕਰੋਗੇ। ਆਪਣੇ ਕਰੀਬੀ ਹੋਮਿਓਪੈਥ ਡਾਕਟਰ ਨਾਲ ਮਸ਼ਵਰਾ ਕਰਕੇ ਤੇ ਉਹਦੀ ਦੱਸੇ ਹੋਏ ਤਰੀਕੇ ਦੇ ਨਾਲ ਦਵਾਈ ਇਸਤੇਮਾਲ ਕਰਨਾ। ਇਹ ਮਕਸਦ ਸਿਰਫ ਸਾਡਾ ਇਹ ਦਵਾਈਆਂ ਦੱਸਣ ਦਾ ਹੀ ਹੈ ਕਿ ਹੋਮਿਓਪੈਥਿਕ ਜਿਹੜੀ ਹੈ ਉਹ ਕਿਹਨਾਂ ਅਮਰਾਜ਼ਾਂ ਦੇ ਵਿੱਚ ਕੰਮ ਕਰਦੀ ਹੈ, ਲਿਹਾਜ਼ਾ ਲੋਕਾਂ ਨੂੰ ਇਸ ਬਾਰੇ ਆਗਾਹੀ ਦਿੱਤੀ ਜਾਂਦੀ ਹੈ। ਆਪਣੇ ਤੌਰ ਕਿਸੇ ਕਿਸਮ ਦੀ ਦਵਾਈ ਇਸਤੇਮਾਲ ਨਹੀਂ ਕਰਨੀ। ਇਨਸ਼ਾਅੱਲਾ ਅਗਲੀ ਦਫਾ ਆਪਣੇ ਕਿਸੇ ਨਏ ਮੌਜੂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ।